ਅੰਟਾਰਕਟਿਕਾ ਮਹਾਦੀਪ ਜਿਹੜਾ ਕਿ ਦੁਨੀਆ ਦੇ ਖੇਤਰਫਲ ਦੇ ਪੱਖੋਂ 5ਵੇਂ ਨੰਬਰ ਤੇ ਆ ਜਾਂਦਾ ਹੈ। ਪੂਰੀ ਤਰ੍ਹਾਂ ਬਰਫ਼ ਦੇ ਨਾਲ ਢਕਿਆ ਹੋਇਆ ਅਜਿਹਾ ਮਹਾਦੀਪ ਜਿਹੜਾ ਕਿ ਦੁਨੀਆ ਦੇ ਲਗਭਗ 90% ਦੇ ਕਰੀਬ ਬਰਫ਼ ਆਪਣੇ ਇੱਕ ਖੇਤਰ ਦੇ ਵਿੱਚ ਸਮੋਈ ਬੈਠਾ ਹੈ। ਤਾਂ ਅਜਿਹੇ ਮਹਾਦੀਪ ਬਾਰੇ ਹੀ ਅੱਜ ਜਾਣਕਾਰੀ ਲੈ ਕੇ ਹਾਜ਼ਰ ਹਾਂ ਕਿ 1600 ਮੀਟਰ ਮੋਟੀ ਬਰਫ਼ ਦੀ ਪਰਤ ਜੇਕਰ ਪਿਘਲ ਜਾਂਦੀ ਹੈ ਤਾਂ ਉਸ ਦਾ ਧਰਤੀ ਦੇ ਉੱਪਰ ਕੀ ਪ੍ਰਭਾਵ ਪਵੇਗਾ। ਇਸ ਦੇ ਸੰਬੰਧੀ ਵਿਗਿਆਨੀਆਂ ਦੇ ਵਿੱਚ ਹਲਚਲ ਕਿਉਂ ਮਚੀ ਹੋਈ ਹੈ, ਕਿਹੜੇ ਮੁੱਦੇ ਨੇ ਇਸ ਵੇਲੇ ਜੋ ਦੁਨੀਆ ਦੇ ਵਿੱਚ ਗਰਮਾਏ ਹੋਏ ਨੇ ਜਿਨ੍ਹਾਂ ਕਰਕੇ ਅੰਟਾਰਕਟਿਕਾ ਮਹਾਦੀਪ ਦੇ ਉੱਪਰ ਨਜ਼ਰ ਸਾਰੇ ਵਿਗਿਆਨੀਆਂ ਦੀ ਬਣੀ ਹੋਈ ਹੈ। ਸੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਚੈਨਲ ਪੰਜਾਬੀ ਇਨਫੋ ਤੇ, ਜਿੱਥੇ ਆਪਾਂ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਸਿੱਧੀ ਤੇ ਸਰਲ ਭਾਸ਼ਾ ਦੇ ਵਿੱਚ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਹਾਂ ਤਾਂ ਜੋ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਵੀ ਹੁੰਦਾ ਰਹੇ ਤੇ ਕੁਝ ਮਨੋਰੰਜਨ ਵੀ। ਸੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਅੰਟਾਰਕਟਿਕਾ ਮਹਾਦੀਪ ਦੇ ਬਾਰੇ, ਇਸ ਦੀਆਂ ਕੁਝ ਜਾਣਕਾਰੀਆਂ, ਕੁਝ ਰੌਚਕ ਗੱਲਾਂ, ਕੁਝ ਤੱਥਾਂ ਦੇ ਬਾਰੇ। ਤੇ ਉਸ ਤੋਂ ਪਹਿਲਾਂ ਤੁਸੀਂ ਚੈਨਲ ਪੰਜਾਬੀ ਇਨਫੋ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਦੀਆਂ ਜਾਣਕਾਰੀ ਵਾਲੀ ਵੀਡੀਓਜ਼ ਲਗਾਤਾਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਦੁਨੀਆ ਦੇ ਵਿੱਚ ਜਿੰਨੀ ਵੀ ਬਰਫ਼ ਹੈ ਉਹ ਲਗਭਗ ਉਸ ਦਾ 90% ਤੋਂ ਜ਼ਿਆਦਾ ਹਿੱਸਾ ਕੇਵਲ 2 ਇਲਾਕਿਆਂ ਦੇ ਵਿੱਚ ਸਮੋਇਆ ਹੋਇਆ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਗ੍ਰੀਨਲੈਂਡ ਦਾ ਨਾਮ ਆਉਂਦਾ ਹੈ। ਗ੍ਰੀਨਲੈਂਡ ਅਸਲ ਵਿੱਚ ਦੁਨੀਆ ਦਾ ਇੱਕ ਸਭ ਤੋਂ ਵੱਡਾ ਦੀਪ ਹੈ ਜਿਹੜਾ ਕਿ ਆਰਕਟਿਕ ਸਮੁੰਦਰ ਤੇ ਨਾਲ ਐਟਲਾਂਟਿਕ ਸਮੁੰਦਰ ਇਹਨਾਂ ਦੋਨਾਂ ਦੇ ਵਿਚਾਲੇ ਵਸਿਆ ਹੋਇਆ ਇੱਕ ਅਜਿਹਾ ਬਰਫ਼ ਨਾਲ ਢਕਿਆ ਹੋਇਆ ਦੀਪ ਹੈ ਜਿਹੜਾ ਕਿ ਇੱਕ ਪਾਸਿਓਂ ਕੈਨੇਡਾ, ਅਮਰੀਕਾ ਤੇ ਇਹਨਾਂ ਮੁਲਕਾਂ ਦੇ ਨੇੜੇ ਪੈ ਜਾਂਦਾ ਹੈ ਤੇ ਦੂਜੇ ਪਾਸੇ ਅੰਟਾਰਕਟਿਕਾ ਜੋ ਕਿ ਇੱਕ ਮਹਾਦੀਪ ਹੈ ਜਿਹੜਾ ਕਿ ਦੁਨੀਆ ਦਾ 5ਵਾਂ ਵੱਡਾ ਮਹਾਦੀਪ ਹੈ। ਏਸ਼ੀਆ, ਅਫਰੀਕਾ, ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਤੋਂ ਬਾਅਦ 5ਵੇਂ ਨੰਬਰ ਤੇ ਸਥਾਨ ਆਉਂਦਾ ਹੈ ਅੰਟਾਰਕਟਿਕਾ ਮਹਾਦੀਪ ਦਾ, ਜਿਹੜਾ ਕਿ ਇੱਕ ਪੂਰੀ ਤਰ੍ਹਾਂ ਬਰਫ਼ ਨਾਲ ਢਕਿਆ ਹੋਇਆ ਮਹਾਦੀਪ ਹੈ। ਇਸ ਨੂੰ ਬਰਫੀਲਾ ਰੇਗਿਸਤਾਨ ਵੀ ਕਿਹਾ ਜਾਂਦਾ ਹੈ ਜਾਂ ਬਰਫੀਲਾ ਮਾਰੂਥਲ ਵੀ। ਜੋ ਅੰਟਾਰਕਟਿਕਾ ਮਹਾਦੀਪ ਹੈ ਉਹ ਧਰਤੀ ਦੇ ਸਾਊਥ ਪੋਲ ਦੇ ਉੱਤੇ ਸਥਿਤ ਹੈ ਤੇ ਦੂਜੇ ਪਾਸੇ ਗ੍ਰੀਨਲੈਂਡ ਜਿਹੜਾ ਕਿ ਨਾਰਥ ਪੋਲ ਦੇ ਉੱਪਰ ਸਥਿਤ ਹੈ। ਸੋ ਇਹ ਉਹ 2 ਏਰੀਏ ਹਨ, 2 ਪੋਲ ਹਨ ਜਿਨ੍ਹਾਂ ਦੇ ਉੱਪਰ ਧਰਤੀ ਇਸ ਧੁਰੀ ਦੇ ਆਪਣੇ ਘੁੰਮਦੀ ਹੈ। ਸੋ ਇਹਨਾਂ ਦੋਨਾਂ ਧੁਰਿਆਂ ਦੇ ਉੱਪਰ ਸੂਰਜ ਦੀ ਰੌਸ਼ਨੀ ਜਿਹੜੀ ਕਾਫੀ ਜ਼ਿਆਦਾ ਘੱਟ ਪਹੁੰਚਦੀ ਹੈ। ਸੋ ਇਹਨਾਂ ਕਰਕੇ ਹੀ ਇਹ ਇਲਾਕੇ ਨੇੜੇ ਜ਼ਿਆਦਾਤਰ ਸਮੇਂ ਬਰਫ਼ ਦੇ ਨਾਲ ਹੀ ਢਕੇ ਰਹਿੰਦੇ ਨੇ ਤੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਜਨਸੰਖਿਆ ਖਾਸ ਤੌਰ ਤੇ ਅੰਟਾਰਕਟਿਕਾ ਮਹਾਦੀਪ ਵਿੱਚ ਲਗਭਗ ਨਾ ਮਾਤਰ ਹੈ। ਇੱਥੇ ਦੀਆਂ ਜੋ ਪਰਿਸਥਿਤੀਆਂ ਨੇ ਉਹਨਾਂ ਦੇ ਅਨੁਕੂਲ ਕਿਸੇ ਵੀ ਮਨੁੱਖ ਨੂੰ ਰਹਿਣਾ ਬਹੁਤ ਜਿਹੜਾ ਮੁਸ਼ਕਿਲ ਹੋ ਜਾਂਦਾ ਹੈ ਤੇ ਦੂਜੇ ਪਾਸੇ ਗ੍ਰੀਨਲੈਂਡ ਦੇ ਵਿੱਚ ਜਿਹੜੀ ਵਸੋਂ ਹੈ ਉਹ ਲਗਭਗ 55 ਤੋਂ ਲੈ ਕੇ 60,000 ਦੇ ਵਿਚਕਾਰ ਉੱਥੇ ਦੀ ਜਨਸੰਖਿਆ ਵਸ ਰਹੀ ਹੈ। ਅੰਟਾਰਕਟਿਕਾ ਦਾ ਜਿਹੜਾ ਕੁੱਲ ਖੇਤਰਫਲ ਹੈ ਉਹ ਲਗਭਗ 140 ਲੱਖ ਵਰਗ ਕਿਲੋਮੀਟਰ ਦਾ ਹੈ, ਜਿਸ ਦੇ ਵਿੱਚ ਜ਼ਿਆਦਾਤਰ ਹਿੱਸਾ ਹੈ ਜੋ ਇਸ ਦਾ ਲਗਭਗ 37 ਲੱਖ ਵਰਗ ਕਿਲੋਮੀਟਰ ਤੋਂ ਜ਼ਿਆਦਾ ਹਿੱਸਾ ਬਰਫ਼ ਦੇ ਨਾਲ ਹੀ ਢਕਿਆ ਹੋਇਆ ਹੈ। ਬਰਫ਼ ਦੀ ਜੋ ਚਾਦਰ ਹੈ ਉਹ ਲਗਭਗ 1600 ਮੀਟਰ ਮੋਟੀ ਹੈ ਤੇ ਜੇਕਰ ਅਜਿਹੀ ਬਰਫ਼ ਦੀ ਚਾਦਰ ਪਿਘਲ ਜਾਂਦੀ ਹੈ ਤਾਂ ਸਮੁੰਦਰ ਦੇ ਵਿੱਚ ਜੋ ਪਾਣੀ ਦਾ ਲੈਵਲ ਹੈ ਉਹ ਲਗਭਗ 60 ਮੀਟਰ ਦੇ ਕਰੀਬ ਉੱਪਰ ਉੱਠ ਜਾਵੇਗਾ ਤੇ ਜਿਸ ਦੇ ਨਾਲ ਦੁਨੀਆ ਦੇ ਵਿੱਚ ਵੱਡੀ ਤਬਾਹੀ ਆ ਸਕਦੀ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਉਹ ਹਿੱਸੇ ਜੋ ਸਮੁੰਦਰਾਂ ਦੇ ਕੰਢੇ ਨੇ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਸਮਾ ਸਕਦੇ ਨੇ। ਤੇ ਦੂਜੇ ਪਾਸੇ ਜੇਕਰ ਗ੍ਰੀਨਲੈਂਡ ਦੀ ਗੱਲ ਕਰ ਲਈਏ ਤਾਂ ਗ੍ਰੀਨਲੈਂਡ ਦੇ ਵਿੱਚ ਬਰਫ਼ ਇੰਨੀ ਜ਼ਿਆਦਾ ਹੈ ਤੇ ਜੇਕਰ ਉਹ ਬਰਫ਼ ਪਿਘਲ ਜਾਂਦੀ ਹੈ ਤਾਂ ਦੁਨੀਆ ਦੇ ਸਮੁੰਦਰ ਦਾ ਲੈਵਲ ਹੈ ਜੋ ਉਹ ਲਗਭਗ 6 ਮੀਟਰ ਦੇ ਕਰੀਬ ਉੱਠੇਗਾ ਤੇ ਜਿਹੜਾ ਕਈ ਇਲਾਕਿਆਂ ਦੇ ਵਿੱਚ ਕਾਫੀ ਵੱਡੀ ਤਬਾਹੀ ਮਚਾ ਸਕਦਾ ਹੈ। ਸੋ ਇਸੇ ਕਰਕੇ ਦੁਨੀਆ ਭਰ ਦੇ ਵਿਗਿਆਨੀਆਂ ਦੀ ਜੋ ਨਿਗਾਹ ਹੈ ਉਹ ਇਹਨਾਂ ਦੋ ਇਲਾਕਿਆਂ ਦੇ ਬਰਫੀਲੇ ਇਲਾਕਿਆਂ ਦੇ ਉੱਪਰ ਖਾਸ ਤੌਰ ਤੇ ਬਣੀ ਹੋਈ ਹੈ, ਕਿਉਂਕਿ ਇਸ ਵੇਲੇ ਜਲਵਾਯੂ ਪਰਿਵਰਤਨ ਦਾ ਜੋ ਮੁੱਦਾ ਹੈ ਉਹ ਪੂਰੇ ਹੀ ਵਿਸ਼ਵ ਦੇ ਵਿੱਚ ਲਗਾਤਾਰ ਉੱਠਦਾ ਜਾ ਰਿਹਾ ਹੈ, ਕਿਉਂਕਿ ਦੁਨੀਆ ਦੇ ਵਿੱਚ ਟੈਂਪਰੇਚਰ ਵਧਣ ਦੇ ਕਾਰਨ ਕਈ ਪ੍ਰਕਾਰ ਦੀਆਂ ਜੋ ਮੁਸ਼ਕਲਾਂ ਸਾਹਮਣੇ ਆ ਰਹੀਆਂ ਨੇ ਤੇ ਵਿਗਿਆਨੀਆਂ ਨੇ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੋਹਾਂ ਇਲਾਕਿਆਂ ਦੇ ਵਿੱਚ ਬਰਫ਼ ਪਿਘਲਣੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ। ਖਾਸ ਤੌਰ ਤੇ ਗ੍ਰੀਨਲੈਂਡ ਵਿੱਚ ਜੋ ਬਰਫ਼ ਪਿਘਲਣ ਦੀ ਸਪੀਡ ਹੈ ਉਹ ਅੰਟਾਰਕਟਿਕਾ ਮਹਾਦੀਪ ਦੇ ਮੁਕਾਬਲੇ ਜ਼ਿਆਦਾ ਹੈ। ਤੇ ਤੁਹਾਨੂੰ ਵੀ ਦੱਸ ਦਈਏ ਕਿ ਅੰਟਾਰਕਟਿਕਾ ਨੂੰ ਇੱਕ ਰੇਗਿਸਤਾਨ ਮੰਨਿਆ ਜਾਂਦਾ ਹੈ। ਰੇਗਿਸਤਾਨ ਮੰਨਣ ਦੇ ਪਿੱਛੇ ਜੋ ਕਾਰਨ ਇਹ ਹੈ ਕਿਉਂਕਿ ਇੱਥੇ ਕੇਵਲ ਸਾਲਾਨਾ ਜੋ ਬਰਸਾਤ ਹੁੰਦੀ ਹੈ ਉਹ ਲਗਭਗ 200 ਮਿਲੀਮੀਟਰ ਯਾਨੀ ਕਿ 8 ਇੰਚ ਦੇ ਕਰੀਬ ਹੁੰਦੀ ਹੈ ਤੇ ਉਹ ਵੀ ਜ਼ਿਆਦਾਤਰ ਜਿਹੜੇ ਇੱਥੋਂ ਦੇ ਤਟੀਏ ਖੇਤਰ ਨੇ, ਏਰੀਏ ਨੇ, ਉਹਨਾਂ ਦੇ ਵਿੱਚ ਹੀ ਹੁੰਦੀ ਹੈ। ਸੋ ਇਸ ਕਰਕੇ ਇਸ ਇਲਾਕੇ ਨੂੰ ਇੱਕ ਰੇਗਿਸਤਾਨ ਦੇ ਰੂਪ ਦੇ ਵਜੋਂ ਜਾਣਿਆ ਜਾਂਦਾ ਹੈ ਤੇ ਇੱਥੋਂ ਦਾ ਕੋਈ ਵੀ ਸਥਾਈ ਨਿਵਾਸੀ ਨਹੀਂ ਹੈ। ਲਗਭਗ ਇੱਥੇ ਸਾਲਾਨਾ ਤੌਰ ਤੇ 1000 ਤੋਂ ਲੈ ਕੇ 5000 ਲੋਕ ਜਿਹੜੇ ਅਲੱਗ-ਅਲੱਗ ਇੱਥੋਂ ਦੇ ਖੋਜ ਕੇਂਦਰ ਬਣੇ ਹੋਏ ਨੇ ਉੱਥੇ ਮੌਜੂਦ ਰਹਿੰਦੇ ਹਨ
ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਵਿਗਿਆਨੀ ਹੁੰਦੇ ਨੇ ਜਿਹੜੇ ਕਿ ਦੁਨੀਆ ਭਰ ਦੇ ਲਗਭਗ 80 ਤੋਂ ਜ਼ਿਆਦਾ ਦੇਸ਼ਾਂ ਤੋਂ, ਜਿਹਦੇ ਵਿੱਚ ਭਾਰਤ ਦਾ ਨਾਂ ਵੀ ਮੌਜੂਦ ਹੈ, ਇਹਨਾਂ ਦੇਸ਼ਾਂ ਤੋਂ ਵਿਗਿਆਨੀ ਇੱਥੇ ਰਹਿ ਕੇ ਲਗਾਤਾਰ ਖੋਜਾਂ ਕਰਦੇ ਨੇ, ਜਾਂਚ ਪੜਤਾਲ ਕਰਦੇ ਨੇ ਅਤੇ ਬਰਫ਼ ਦੀਆਂ ਹੇਠਲੀਆਂ ਤਹਿਾਂ ਦੇ ਲਗਾਤਾਰ ਨਮੂਨੇ ਲਏ ਜਾਂਦੇ ਰਹਿੰਦੇ ਨੇ ਤਾਂ ਜੋ ਇਸ ਮਹਾਂਦੀਪ ਦੇ ਵਿੱਚ ਹੋਣ ਵਾਲੀਆਂ ਭੂਗੋਲਿਕ ਘਟਨਾਵਾਂ ਬਾਰੇ ਲਗਾਤਾਰ ਪਤਾ ਚੱਲਦਾ ਰਹੇ। ਇੱਥੇ ਜ਼ਿਆਦਾਤਰ ਸਿਰਫ ਸ਼ੀਤ ਅਨੁਕੂਲਿਤ ਪੌਦੇ ਹੀ ਜਿਹੜੇ ਬਹੁਤ ਘੱਟ ਮਾਤਰਾ ਵਿੱਚ ਦੇਖਣ ਨੂੰ ਮਿਲਦੇ ਨੇ ਤੇ ਕੁਝ ਜੀਵ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਪੈਂਗੂਇਨ ਹੋ ਗਏ, ਸੀਲ ਹੋ ਗਏ, ਇਸ ਤੋਂ ਇਲਾਵਾ ਨੀਮੇਟੋਡ, ਟਰਾਡੀਗ੍ਰੇਡ ਹੋ ਗਏ, ਪਿੱਸੂ ਹੋ ਗਏ, ਇਸ ਤੋਂ ਇਲਾਵਾ ਹੋਰ ਪ੍ਰਕਾਰ ਦੇ ਕਈ ਜਿਹੜੇ ਸ਼ੈਵਾਲ ਤੇ ਸੂਖਮ ਜੀਵ ਨੇ ਉਹ ਇੱਥੇ ਜ਼ਿਆਦਾਤਰ ਬਰਫ਼ ਅਤੇ ਪਾਣੀ ਦੇ ਵਿੱਚ ਰਹਿੰਦੇ ਨੇ। ਤੇ ਸੰਨ 1959 ਦੇ ਵਿੱਚ ਲਗਭਗ 12 ਦੇਸ਼ਾਂ ਨੇ ਅੰਟਾਰਕਟਿਕ ਸੰਧੀ ਉੱਪਰ ਹਸਤਾਖਰ ਕੀਤੇ ਸਨ ਤੇ ਜਿਸ ਦੇ ਵਿੱਚ ਅੱਜ ਦੇ ਸਮੇਂ ਤੱਕ 46 ਦੇਸ਼ ਇਸ ਸੰਧੀ ਦੇ ਉੱਪਰ ਆਪਣੇ ਹਸਤਾਖਰ ਕਰ ਚੁੱਕੇ ਨੇ। ਸੰਧੀ ਦੇ ਵਿੱਚ ਮਹਾਂਦੀਪ ਦੇ ਉੱਪਰ ਕਿਸੇ ਵੀ ਪ੍ਰਕਾਰ ਦੀਆਂ ਸੈਨਿਕ ਅਤੇ ਖਣਿਜ ਖਨਨ ਜਾਣੀ ਕਿ ਉੱਥੇ ਖਾਨਾ ਪੁੱਟਣ ਦੇ ਉੱਪਰ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਸੈਨਿਕ ਦਖਲਅੰਦਾਜ਼ੀ ਇਸ ਮਹਾਂਦੀਪ ਉੱਪਰ ਨਹੀਂ ਹੈ ਤੇ ਕਿਸੇ ਵੀ ਤਰ੍ਹਾਂ ਦੀਆਂ ਕੋਈ ਖਣਿਜਾਂ ਦੇ ਲਈ ਕੋਈ ਖਾਨਾ ਪੁੱਟਣੀਆਂ ਜਾਂ ਇਸ ਪ੍ਰਕਾਰ ਦੇ ਕੋਈ ਵੀ ਕੰਮ ਨੂੰ ਪੂਰੀ ਤਰ੍ਹਾਂ ਉਸ ਉੱਪਰ ਬੈਨ ਲਗਾ ਦਿੱਤਾ ਗਿਆ ਹੈ, ਜਿਹਦੇ ਵਿੱਚ 46 ਦੇਸ਼ ਆਪਣੀ ਮਨਜ਼ੂਰੀ ਦੇ ਚੁੱਕੇ ਨੇ। ਤੇ ਇਹ ਸਾਰੇ ਦੇਸ਼ ਇਸ ਮਹਾਂਦੀਪ ਦੀ ਜੋ ਭੂਗੋਲਿਕ ਸਥਿਤੀ ਹੈ ਉਹਨੂੰ ਬਚਾਉਣ ਦੇ ਲਈ ਆਪਣਾ ਪੂਰੇ ਪ੍ਰਤੀਬੱਧ ਬਣ ਰਹੇ ਨੇ ਤੇ ਵੱਖ-ਵੱਖ ਖੋਜ ਕੇਂਦਰਾਂ ਦੇ ਵਿੱਚ ਹੁਣ ਇਸ ਸਮੇਂ ਲਗਭਗ ਜ਼ਿਆਦਾਤਰ ਦੇਸ਼ਾਂ ਦੇ ਵਿੱਚੋਂ 4000 ਤੋਂ ਜ਼ਿਆਦਾ ਜਿਹੜੇ ਵਿਗਿਆਨਿਕ ਨੇ ਉਹ ਵੱਖ-ਵੱਖ ਤਰ੍ਹਾਂ ਦੇ ਪ੍ਰਯੋਗ ਇਸ ਇਲਾਕਿਆਂ ਵਿੱਚ ਕਰ ਰਹੇ ਨੇ ਤਾਂ ਜੋ ਇਸ ਇਲਾਕੇ ਦੀ ਕੁਦਰਤੀ ਭੂਗੋਲਿਕ ਜੋ ਸਥਿਤੀ ਹੈ ਉਸ ਨੂੰ ਲਗਾਤਾਰ ਬਣਾਇਆ ਰੱਖਿਆ ਜਾ ਸਕੇ। ਤੇ ਭਾਰਤੀ ਵਿਗਿਆਨਿਕਾਂ ਦਾ ਜੋ ਪਹਿਲਾ ਦਲ ਸੀ ਉਹ ਲਗਭਗ ਜਨਵਰੀ ਮਹੀਨੇ ਦੇ ਵਿੱਚ 1982 ਦੇ ਵਿੱਚ ਅੰਟਾਰਕਟਿਕਾ ਮਹਾਂਦੀਪ ਦੇ ਉੱਪਰ ਉਤਰਿਆ ਸੀ ਤੇ ਭਾਰਤ ਉਦੋਂ ਤੋਂ ਹੀ ਧਰੁਵੀਆ ਵਿਗਿਆਨ ਦੇ ਅਗਰਿਮ ਮੋਰਚੇ ਦੇ ਉੱਪਰ ਆਪਣਾ ਕੰਮ ਕਰ ਰਿਹਾ ਹੈ। ਤੇ ਜੇਕਰ ਅੰਟਾਰਕਟਿਕਾ ਮਹਾਂਦੀਪ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਇੱਥੋਂ ਦਾ ਜੋ ਔਸਤ ਤਾਪਮਾਨ ਹੈ ਉਹ ਲਗਭਗ -50 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾਂਦਾ ਹੈ। ਦੁਨੀਆ ਦਾ ਇਹ ਠੰਡਾ ਮਹਾਂਦੀਪ ਜਿਹੜਾ ਕਿ ਕਿਸੇ ਵੀ ਤਰ੍ਹਾਂ ਦੀ ਇਲਾਕਾਈ ਨਿਵਾਸੀਆਂ ਦੇ ਲਈ ਅਨੁਕੂਲ ਨਹੀਂ ਹੈ, ਭਾਵ ਕਿ ਇੱਥੇ ਰਹਿਣਾ ਨਾਮੁਮਕਿਨ ਹੈ, ਪਰ ਫਿਰ ਵੀ ਇਹ ਇਲਾਕਾ ਇੱਕ ਤਰ੍ਹਾਂ ਦਾ ਜਿਸ ਨੂੰ ਆਪਾਂ ਉਜਾੜ ਦੇ ਵਿੱਚ ਗਿਣ ਸਕਦੇ ਹਾਂ, ਜਿੱਥੇ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਮਨੁੱਖਤਾ ਦਾ ਨਿਵਾਸ ਲਈ ਬਿਲਕੁਲ ਸਥਾਨ ਨਹੀਂ ਹੈ, ਪਰ ਫਿਰ ਵੀ ਇਹ ਵਿਗਿਆਨੀਆਂ ਦੀ ਇੱਕ ਖੋਜ ਦਾ ਇੱਕ ਮੁੱਖ ਵੱਡਾ ਕੇਂਦਰ ਬਣਿਆ ਹੋਇਆ ਜਿਸ ਦੇ ਵਿੱਚ ਦੁਨੀਆ ਭਰ ਦੇ ਵਿਗਿਆਨੀ ਹਿੱਸਾ ਲੈ ਰਹੇ ਨੇ। ਦੁਨੀਆ ਦੇ ਵੱਡੇ ਦੇਸ਼ਾਂ ਦੀ ਨਿਗਾਹ ਹੈ ਜੋ ਉਹ ਲਗਾਤਾਰ ਇਸ ਇਲਾਕਿਆਂ ਦੇ ਉੱਪਰ ਬਣੀ ਹੋਈ ਹੈ ਕਿਉਂਕਿ ਮੌਸਮ ਨਾਲ ਸੰਬੰਧਿਤ ਇਹ ਇਲਾਕਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਬਣ ਜਾਂਦਾ ਹੈ। ਜਿਵੇਂ ਕਿ ਪਿਛਲੇ ਲਗਭਗ 1950 ਤੋਂ ਲੈ ਕੇ ਹੁਣ ਤੱਕ ਇਸ ਦੇ ਕਈ ਇਲਾਕਿਆਂ ਦਾ ਜੋ ਔਸਤ ਤਾਪਮਾਨ ਹੈ ਉਹ 2.5 ਡਿਗਰੀ ਦੇ ਕਰੀਬ ਵੱਧ ਚੁੱਕਿਆ ਹੈ, ਜਿਹੜਾ ਕਿ ਵਿਗਿਆਨੀਆਂ ਦੇ ਲਈ ਇੱਕ ਮੁੱਖ ਜਿਹੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋ ਅੱਜ ਦੇ ਸਮੇਂ ਵਿੱਚ ਗ੍ਰੀਨਲੈਂਡ ਅਤੇ ਅੰਟਾਰਕਟਿਕਾ ਇਹ ਅਜਿਹੇ ਜੋ ਇਲਾਕੇ ਨੇ ਜਿਹੜੇ ਕਿ ਦੁਨੀਆ ਦੀ ਪ੍ਰਮੁੱਖ ਜਿਹੜਾ ਧਿਆਨ ਦਾ ਕੇਂਦਰ ਬਣੇ ਹੋਏ ਨੇ ਤੇ ਇਹਨਾਂ ਦੇ ਉੱਪਰ ਧਿਆਨ ਰੱਖਣਾ ਜ਼ਰੂਰੀ ਇਸੇ ਕਰਕੇ ਬਣ ਰਿਹਾ ਕਿਉਂਕਿ ਇੱਥੋਂ ਦੀ ਜੋ ਬਰਫ਼ ਪਿਘਲ ਰਹੀ ਹੈ, ਤਾਪਮਾਨ ਵੱਧ ਰਹੇ ਨੇ ਤਾਂ ਉਸ ਦਾ ਜਿਹੜਾ ਮਨੁੱਖਤਾ ਦੇ ਲਈ ਖਤਰਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਵੱਡੇ ਪੱਧਰ ਉੱਪਰ ਬਣ ਕੇ ਆ ਸਕਦਾ ਹੈ। ਸੋ ਇਸੇ ਕਰਕੇ ਦੁਨੀਆ ਭਰ ਦੇ ਵਿਗਿਆਨੀਆਂ ਵੱਲੋਂ ਲਗਾਤਾਰ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਹਨਾਂ ਦੋਹਾਂ ਇਲਾਕਿਆਂ ਨੂੰ ਲਗਾਤਾਰ ਆਪਣੀ ਜੋ ਉਹਨਾਂ ਦੀ ਮੌਜੂਦਾ ਭੂਗੋਲਿਕ ਸਥਿਤੀ ਹੈ ਉਸ ਦੇ ਵਿੱਚ ਕਾਇਮ ਰੱਖਣ ਦੇ ਲਈ ਯਤਨ ਲਗਾਤਾਰ ਕੀਤੇ ਜਾਣ ਤੇ ਜਲਵਾਯੂ ਪਰਿਵਰਤਨ ਦਾ ਜੋ ਮੁੱਦਾ ਇਸ ਵੇਲੇ ਪੂਰੇ ਵਿਸ਼ਵ ਵਿੱਚ ਉੱਠ ਰਿਹਾ ਹੈ ਤਾਂ ਉਸ ਨੂੰ ਕਿਤੇ ਨਾ ਕਿਤੇ ਹੋਰ ਜ਼ਿਆਦਾ ਜ਼ੋਰ ਦੇਣ ਦੀ ਲੋੜ ਹੈ ਤਾਂ ਜੋ ਦੁਨੀਆ ਦੇ ਵਿੱਚ ਜੋ ਭੂਗੋਲਿਕ ਪ੍ਰਸਥਿਤੀਆਂ, ਮੌਸਮੀ ਹਾਲਾਤ ਬਦਲ ਰਹੇ ਨੇ, ਜੋ ਵਾਤਾਵਰਨ ਲਗਾਤਾਰ ਵਿਗੜ ਰਿਹਾ ਹੈ ਉਸ ਨੂੰ ਅਨੁਕੂਲ ਕੀਤਾ ਜਾ ਸਕੇ ਤਾਂ ਜੋ ਧਰਤੀ ਹੈ ਉਸ ਨੂੰ ਹੋਰ ਲੰਬੇ ਸਮੇਂ ਤੱਕ ਕਿਸੇ ਆਉਣ ਵਾਲੇ ਮਹਾ ਵਿਨਾਸ਼ ਤੋਂ ਬਚਾਇਆ ਜਾ ਸਕੇ। ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਜੇਕਰ ਕੋਈ ਕਮੀ ਪੇਸ਼ੀ ਲੱਗੀ ਹੈ ਤਾਂ ਉਹ ਜ਼ਰੂਰ ਦੱਸਿਓ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਦੀਆਂ ਵੀਡੀਓਜ਼ ਜਾਣਕਾਰੀ ਵਾਲੀਆਂ ਪ੍ਰਾਪਤ ਕਰਦੇ ਰਹਿਣਾ ਚਾਹੁੰਦੇ ਹੋ। ਤੇ ਹੁਣ ਇਜਾਜ਼ਤ ਦਿਓ, ਧੰਨਵਾਦ ਜੀ।